ਹੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੈ ਉਦਕ ਸਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਕਾਲ ਹਾਜ਼ਰ ਹਜ਼ੂਰ, ਜਾਹਰ ਜ਼ਬੂਰ। ਚਵਰ ਤਖਤ ਸ਼ਕਲ ਦੇ ਮਾਲਕ, ਸਰਬ ਸਾਂਝੀ ਵਾਲਦਾ ਤੇਰੇ ਪਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਹੋ ਕਰਕੇ ਗੁਰੂ ਬਾਬੇ ਦੇ ਕਰਦੀਆਂ ਕਹੋ ਨਾਨਕ ਕਰਤੇ ਕੀਆਂ ਬਾਤਾਂ ਅੰਮ੍ਰਿਤਮਈ ਬਾਣੀ ਦੇ ਰੂਪ ਦੇ ਵਿੱਚ, ਅੰਮ੍ਰਿਤ ਭੇਜੇ ਬੋਲਾਂ ਦੇ ਰੂਪ ਦੇ ਵਿੱਚ ਸਰਵਣ ਕੀਤੀਆਂ ਨੇ। ਸੋ ਆਓ, ਹੁਣ ਸਮਾਂ ਹੈ ਗੁਰਬਾਣੀ ਵਿਖਿਆਨ ਦਾ। ਚੱਲਦੇ ਹੋਏ ਲੜੀਵਾਰ ਪ੍ਰਕਰਮ ਨੂੰ ਅੱਗੇ ਤੋਰਦਿਆਂ ਹੋਇਆਂ, ਜੋ ਕਿ ਸੰਗਰਾਂਦੀ ਕੱਲ੍ਹ ਦੇ ਦਿਹਾੜੇ ਤੋਂ ਪਹਿਲਾਂ ਸੰਕੋਚਿਆ ਗਿਆ ਸੀ, ਉਸੇ ਸ਼ਬਦ ਸਰੋਗ ਨੂੰ ਵਿਚਾਰ ਰੂਪ ਵਿੱਚ ਸਾਂਝ ਬਣਾਉਂਦਿਆਂ ਹੋਇਆਂ ਅਸੀਂ ਅੱਜ ਇੱਥੇ ਇਕੱਤਰਤ ਹੋਏ ਹਾਂ। ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਗੁਰਚਰਨਾਂ ਦੇ ਵਿੱਚ, ਮਨ ਅਤੇ ਬਿਰਤੀ ਨੂੰ ਵੀ ਇਕਾਗਰ ਕਰੀਏ ਤਾਂ ਕਿ ਸੁਰਤ ਗੁਰੂ ਚਰਨਾਂ ਵਿੱਚ ਜੁੜਦਿਆਂ ਹੀ ਇਸ ਸੁਰਤ ਦਾ ਅਤੇ ਸ਼ਬਦ ਦਾ ਮੇਲ ਹੋ ਸਕੇ। ਰਸਨਾ ਨੂੰ ਪਵਿੱਤਰ ਕਰਦਿਆਂ ਇੱਕੋ ਆਵਾਜ਼ ਵਿੱਚ ਬੋਲੀਏ ਜੀ, ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਸ਼ਬਦ ਹੈ ਬਾਬਾ ਕਬੀਰ ਸਾਹਿਬ ਦੁਆਰਾ ਬਖਸ਼ਿਸ਼ ਕੀਤਾ ਗਿਆ ਹੈ। ਇਸ ਪਾਵਨ ਸ਼ਬਦ ਦੇ ਵਿੱਚ ਕਬੀਰ ਸਾਹਿਬ ਮਹਾਰਾਜ ਮਨੁੱਖ ਦੇ ਅੰਦਰ ਦੀ ਜਿਹੜੀ ਵੇਦਨਾ, ਅੰਦਰ ਦੀ ਜਿਹੜੀ ਤੜਪ ਹੈ, ਜੋ ਹਰ ਵਕਤ ਮਨੁੱਖ ਨੂੰ ਜਿਵੇਂ ਜਿਵੇਂ ਮਨੁੱਖ ਨੂੰ ਸਮਝ ਪੈਂਦੀ ਹੈ ਉਵੇਂ ਉਵੇਂ ਵੱਧਦੀ ਤੁਰੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਕੈਸੇ ਕਹੂੰ ਮੈਂ ਜੀ ਵੇਦਨਾਈ, ਜਾਂ ਅਨੇਕਾਂ ਸ਼ਬਦਾਂ ਦੇ ਦੁਆਰਾ ਇਸ ਨੂੰ ਕਿਤੇ ਤਪਦੀ ਹੋਈ ਜਵਾਲਾ ਦਾ ਰੂਪ ਦਿੱਤਾ, ਨਾਮ ਦਿੱਤਾ ਹੈ। ਕਿਤੇ ਇਸ ਨੂੰ ਤਿਤ ਸਰਵਰ ਲੈ ਭਈ ਦੇ ਨਿਵਾਸਾ, ਤਪਦੇ ਹੋਏ ਸਰੋਵਰ ਦਾ ਜ਼ਿਕਰ ਕੀਤਾ ਹੈ ਕਿ ਅੱਗ ਦੀ ਬਾਲੀ ਪਾਲ ਕਿੰਨੇ ਕੀ ਹੈ। ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਬਾਬਾ ਕਬੀਰ ਸਾਹਿਬ ਇਸੇ ਤਰ੍ਹਾਂ ਦੀ ਤਸਵੀਰ ਦਿੰਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਧਾ ਜਿਹੜੀ ਉਦਾਹਰਨ ਹੈ ਕਿ ਉਹ ਤਸਵੀਰਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖੀ ਗਈ ਹੈ। ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਕਿ ਮਨੁੱਖ ਨੂੰ ਇੱਕ ਤਾਂ ਬਾਹਰੀ ਰੂਪ ਵਿੱਚ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਹਰਾਸ਼ ਕਰਦੀਆਂ ਨੇ, ਸਰੀਰਕ, ਜਿਨ੍ਹਾਂ ਦਾ ਇਲਾਜ ਬਾਹਰੀ ਰੂਪ ਦੇ ਵਿੱਚ ਹੈ। ਦਰਦ ਦਾ ਇਲਾਜ ਕਹਿਣ ਦਾ ਭਾਵ ਅਨੇਕਾਂ ਤਰ੍ਹਾਂ ਦੇ ਦਰਦ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਇੱਕ ਉਸ ਅੱਗ ਦਾ ਵੀ ਜ਼ਿਕਰ ਕੀਤਾ ਗਿਆ ਕਿ ਤਪਸ਼ ਹੈ ਬਾਹਰ, ਇੱਕ ਤਪਸ਼ ਹੈ ਅੰਦਰ ਦੀ ਤਪਸ਼। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਪਿਤਾ ਨੂੰ ਜਦੋਂ ਅਸੀਂ ਪੁੱਛਦੇ ਹਾਂ, ਸਾਹਿਬ ਪਾਤਸ਼ਾਹ ਕਹਿੰਦੇ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਉਹ ਕਹਿੰਦੇ ਜਦੋਂ ਬੱਚਾ ਮਾਤਾ ਦੇ ਉਦਰ ਵਿੱਚ ਸੀ, ਉਦਰ ਵਿੱਚ ਸੀਗਾ, ਤੇ ਉਸ ਵਕਤ ਵੀ ਇਹ ਅੱਗ ਵਿੱਚ ਸੜਦਾ ਸੀ, ਪਰ ਇਸ ਦੀ ਰੱਖਿਆ ਹੋਈ, ਇਸ ਨੂੰ ਉਸ ਅੱਗ ਨੇ ਖੋਇਆ ਨਹੀਂ। ਕਾਰਨ ਸੀ ਇਸ ਦੇ ਅੰਦਰ ਸੁਰਤੇ ਦੀ ਟਿਕੀ ਹੋਈ ਸੀ, ਇਹਦੀ ਲਿਵ ਲੱਗੀ ਹੋਈ ਸੀ, ਤੇ ਉਸ ਲਿਵ ਕਰਕੇ ਇਹਨੂੰ ਅੰਦਰ ਦੀ ਉਦਰ ਦੀ ਅੱਗ ਨੇ ਸਾੜਿਆ ਨਹੀਂ। ਤੇ ਸ਼ਾਇਦ ਜਿਹੜੀ ਉਦਰ ਦੀ ਅੱਗ ਦੇ ਵਿੱਚ ਹਰ ਇੱਕ ਮਨੁੱਖ ਜਿਹੜਾ 9 ਮਹੀਨੇ ਸਮਾਂ ਬਤੀਤ ਅਸੀਂ ਕਰਕੇ ਆਏ ਹਾਂ, ਜਿਹੜੇ ਦੁਨੀਆ ਦੇ ਕਾਮਲ ਰਹਿਬਰ ਪੁਰਸ਼ ਨੇ ਉਹਨਾਂ ਨੂੰ ਛੋੜ ਆਮ ਮਨੁੱਖ ਨੂੰ ਇਸ ਗੱਲ ਦਾ ਗਿਆਨ ਵੀ ਨਹੀਂ ਹੋਣਾ ਕਿ ਅਸੀਂ ਇਸ ਤਰ੍ਹਾਂ ਦੀ ਭੱਠੀ ਵਿੱਚ ਵੀ ਲੰਘੇ ਆਏ ਹਾਂ। ਪਰ ਉਸ ਅੱਗ ਦੀਆਂ ਜਵਾਲਾਂ ਨੇ, ਉਦਰ ਦੀ ਅੱਗ ਦੀ ਜਠਰਾਗਨ ਨੇ ਮਨੁੱਖ ਦਾ ਕੁਝ ਨਹੀਂ ਵਿਗਾੜਿਆ, ਸਗੋਂ ਉਸ ਅੱਗ ਨੇ ਹੀ ਮਨੁੱਖ ਦੇ ਸਰੀਰ ਨੂੰ ਸਿਰਜਿਆ। ਤਾਂ ਅੱਜ ਦੇ ਇਸ ਪਾਵਨ ਸ਼ਬਦ ਦਾ ਵੀ ਭਾਵ ਇਸੇ ਪ੍ਰਕਾਰ ਦਾ ਹੈ, ਬਾਬਾ ਕਬੀਰ ਸਾਹਿਬ ਦੁਆਰਾ ਜੋ ਬਖਸ਼ਿਸ਼ ਕੀਤਾ ਗਿਆ। ਉਹ ਕਹਿੰਦੇ ਜਿਹੜੀ ਅੱਗ ਮਨੁੱਖ ਨੂੰ ਸਾੜਨ ਦਾ ਕੰਮ ਕਰਦੀ ਹੈ, ਉਹੀ ਅੱਗ ਸਿਰਜਣੀ ਵੀ ਹੈ।
ਤਾਂ ਉਹ ਕਹਿੰਦੇ ਨੇ ਜਿਸ ਤਰ੍ਹਾਂ ਉਧਰ ਦੀ ਅੱਗ ਦੇ ਵਿੱਚ ਇੱਕ ਚੀਜ਼ ਨੇ ਬੰਦੇ ਦੀ ਰੱਖਿਆ ਕੀਤੀ, ਉਹ ਸੀ ਪਰਮਾਤਮਾ ਦੀ ਲਿਵ, ਉਹ ਸੀ ਉਹਦੇ ਅੰਦਰ ਦਾ ਟਿਕਾਅ, ਉਹਦੇ ਅੰਦਰ ਦਾ ਧੀਰਜ, ਉਹਦੇ ਅੰਦਰ ਦਾ ਇੱਕ ਪੈਸ਼ਨ। ਤੋ ਕਹਿੰਦੇ ਫਿਰ ਜਿਵੇਂ ਜਨਮ ਹੋਇਆ, ਫਿਰ ਕਹਿੰਦੇ ਇੱਕ ਅੱਗ ਨਾਲ ਹੋਰ ਸਾਹਮਣਾ ਹੋਇਆ, ਉਹ ਸੀ ਮਾਇਆ ਦੀ ਅੱਗ। ਕਹਿੰਦੇ ਜਿਵੇਂ ਉਧਰ ਦੀ ਅੱਗ ਦੇ ਵਿੱਚ ਵਾਹਿਗੁਰੂ ਨੇ ਰੱਖਿਆ ਕੀਤੀ ਸੀ, ਤਾਂ ਮਾਇਆ ਦੀ ਅੱਗ ਦੇ ਵਿੱਚ ਵੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਤੈਸੀ ਬਾਹਰ ਮਾਇਆ। ਕਹਿੰਦੇ ਉਸੇ ਤਰ੍ਹਾਂ ਮਾਇਆ ਦੀ ਅੱਗ ਦੀਆਂ ਜਵਾਲਾਂ ਨੇ ਲਪਟਾਂ ਨੇ। ਪਰਮਾਤਮਾ ਨੇ ਮਾਇਆ ਦੀ ਅੱਗ ਦੇ ਵਿੱਚ ਵੀ ਮਨੁੱਖ ਦੀ ਰੱਖਿਆ ਕਰਨੀ ਸੀ, ਪਰ ਬਦਕਿਸਮਤੀ ਇੱਥੇ ਮਾਇਆ ਦੀ ਅੱਗ ਤੋਂ ਬਚਣ ਵਾਸਤੇ ਬੰਦੇ ਨੇ ਉਸ ਦਾ ਸਹਾਰਾ ਹੀ ਨਹੀਂ ਲਿਆ, ਉਸ ਨੂੰ ਯਾਦ ਹੀ ਨਹੀਂ ਕੀਤਾ, ਉਸ ਨਾਲ ਲਿਵ ਜੋੜਨ ਦਾ ਯਤਨ ਹੀ ਨਹੀਂ ਕੀਤਾ। ਮਾਇਆ ਦੀ ਅੱਗ ਵਿੱਚ ਅੱਗ ਤੋਂ ਬਚਣ ਵਾਸਤੇ ਬੰਦੇ ਨੇ ਮਾਇਆ ਦਾ ਹੀ ਸਹਾਰਾ ਲਿਆ। ਹੁਣ ਜੇ ਕੋਈ ਬੰਦਾ, ਪਹਿਲਾਂ ਵੀ ਆਪਾਂ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਇੱਕ ਦੋ ਦਿਨ ਪਹਿਲਾਂ, ਕਿ ਜਿਉਂ ਪਾਵਕ ਈਂਧਨ ਨਹੀਂ ਤਰਾਪੋ। ਕਹਿੰਦੇ ਜੇ ਅੱਗ ਨੂੰ ਅਸੀਂ ਬਾਲਣ ਦੇ ਨਾਲ ਬੁਝਾਉਣ ਦਾ ਯਤਨ ਕਰਾਂਗੇ ਤੇ ਬੰਦਾ ਹੋਰ ਸੜੇਗਾ। ਤਾਂ ਉਹ ਕਹਿੰਦੇ ਇਹ ਸਾਰੇ ਸੰਸਾਰ ਨੂੰ ਫਿਰ ਮਾਇਆ ਦੀ ਅੱਗ ਨੇ ਸਾੜਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ। ਤੇ ਜਿਵੇਂ ਜਿਵੇਂ ਮਨੁੱਖ ਮਾਇਆ ਦੀ ਅੱਗ ਵਿੱਚ ਸੜਦਾ ਗਿਆ, ਬੰਦੇ ਨੇ ਮਾਇਆ ਦਾ ਹੋਰ ਉਪਰਾਲਾ ਕੀਤਾ। ਚਾਰ ਸਵੇਰੇ ਮਾਇਆ ਦਾ ਬਹੁਤ ਵੱਡਾ ਇੱਕ ਜਾਲ, ਇੱਕ ਟਰੈਕ ਬਣਾ ਲਿਆ। ਹੁਣ ਆਪਣੇ ਬਣਾਏ ਹੋਏ ਜਾਲ ਵਿੱਚ ਹੀ ਬੰਦਾ ਹੌਲੀ ਹੌਲੀ ਆਪ ਹੀ ਫਸਿਆ ਹੋਇਆ ਤੇ ਸੜ ਰਿਹਾ ਹੈ। ਕਹਿੰਦੇ ਕਿੰਨਾ ਚੰਗਾ ਹੁੰਦਾ ਜਿਵੇਂ ਉਧਰ ਦੀ ਅੱਗ ਦੇ ਵਿੱਚ ਉਸ ਪਰਮਾਤਮਾ ਨੇ ਰੱਖਿਆ ਕੀਤੀ ਸੀ, ਤਾਂ ਇਸ ਪਰਮਾਤਮਾ ਦੇ ਇਸ ਮਾਇਆ ਦੀ ਅਗਨ ਦੇ ਵਿੱਚ ਵੀ ਉਹ ਤੇਰੀ ਰੱਖਿਆ ਕਰਦਾ, ਬਸ਼ਰਤ ਕਿ ਤੂੰ ਉਸ ਨੂੰ ਪੁਕਾਰਦਾ। ਮਨੁੱਖ ਨੂੰ ਜਿਵੇਂ ਅੰਦਰੂਨੀ ਅੱਗ ਨੇ ਸਾੜਿਆ, ਤੇ ਪਰ ਉਸ ਅੱਗ ਦੇ ਕਰਕੇ ਮਨੁੱਖ ਦਾ ਸਰੀਰ ਜਿਹੜਾ ਹੈਗਾ ਉਹ ਹੋਂਦ ਵਿੱਚ ਆਇਆ, ਉਸੇ ਤਰ੍ਹਾਂ ਹੀ ਮਨੁੱਖ ਦਾ ਮਨ ਵੀ ਇਸ ਬਾਹਰੀ ਅੱਗ ਨਾਲ ਹੋਂਦ ਵਿੱਚ ਆਉਣਾ। ਹੁਣ ਜੇ ਤਾਂ ਉਸ ਅੱਗ ਦੀਆਂ ਜਵਾਲਾਂ ਜਿਹੜੀਆਂ ਬਾਹਰ ਵਿਕਾਰਾਂ ਦੀ ਅੱਗ ਮੱਚੀ ਹੋਈ ਹੈ, ਉਹਦਾ ਪ੍ਰਭਾਵ ਜਿਹੜਾ ਹੈਗਾ ਤਨ ਦੇ ਉੱਤੇ ਪੈ ਗਿਆ, ਮਨੁੱਖੀ ਮਨ 'ਤੇ ਪੈ ਗਿਆ, ਤੇ ਇਹ ਮਨ ਝੁਲਸਿਆ ਜਾਏਗਾ, ਇਹ ਮਨ ਬਟਰੂਪ ਹੋ ਜਾਏਗਾ। ਕਾਮ ਦਾ ਸੇਕ ਇਹਦੇ ਮਨ ਨੂੰ ਲੱਗ ਗਿਆ ਤੇ ਮਨ ਕਾਮ ਦੇ ਵਿੱਚ ਝੁਲਸਿਆ ਜਾਏਗਾ, ਕਿਉਂਕਿ ਅੱਗ ਦਾ ਇੱਕ ਸੁਭਾਅ ਹੈ। ਅੱਗ ਕਿਸੇ ਵੀ ਚੀਜ਼ ਦੇ ਆਕਾਰ ਨੂੰ ਬਦਲਦੀ ਹੈ। ਅੱਗ ਦੋ ਕੰਮ ਕਰਦੀ ਹੈ। ਅੱਗ ਦੇ ਨਾਲ ਹੀ ਕਿਸੇ ਪਦਾਰਥ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ, ਤੇ ਅੱਗ ਦੇ ਨਾਲ ਹੀ ਕਿਸੇ ਸ਼ੁੱਧ ਪਦਾਰਥ ਨੂੰ ਜਿਹੜਾ ਹੈਗਾ ਉਹ ਖਤਮ ਵੀ ਕੀਤਾ ਜਾ ਸਕਦਾ। ਅੱਗ ਦੋ ਕੰਮ ਕਰਦੀ ਹੈ। ਪਦਾਰਥਾਂ ਦੀ ਸ਼ੁਧਾਈ ਦਾ ਕੰਮ ਵੀ ਅੱਗ ਕਰਦੀ ਹੈ, ਤੇ ਉਹਨਾਂ ਪਦਾਰਥਾਂ ਨੂੰ ਸਾੜਨ ਦਾ ਕੰਮ ਵੀ ਅੱਗ ਕਰਦੀ ਹੈ। ਜਿਤਨਾ ਕਿਸੇ ਸਰੀਰ ਨੂੰ ਘੜਨਾ ਹੋਵੇ, ਉਹਨੂੰ ਉਨੀ ਉਸਨੂੰ ਊਰਜਾ ਦੇਣੀ ਪੈਂਦੀ ਹੈ। ਐਨਰਜੀ ਤੋਂ ਬਿਨਾਂ ਸਰੀਰ ਨਹੀਂ ਘੜਿਆ ਜਾ ਸਕਦਾ। ਤੇ ਐਨਰਜੀ ਕੀ ਹੈ? ਅੱਗ। ਤਾਂ ਕਿਸੇ ਸਰੀਰ ਨੂੰ ਕੰਸਟਰਕਟ ਕਰਨਾ ਹੈ, ਉਹਦੇ ਵਾਸਤੇ ਅੱਗ ਚਾਹੀਦੀ ਹੈ। ਕਿਸੇ ਨੇ ਕਿੰਨਾ ਮਰਜ਼ੀ ਪੱਕਾ ਮਕਾਨ ਬਣਾਉਣਾ ਹੈ, ਜਿੰਨਾ ਪੱਕਾ ਮਕਾਨ ਬਣਾਉਣਾ ਉਨੀ ਜ਼ਿਆਦਾ ਅੱਗ ਦੀ ਲੋੜ ਪਏਗੀ, ਕਿਉਂਕਿ ਜਿਹੜੀਆਂ ਇੱਟਾਂ ਉਹਦੇ ਵਿੱਚ ਲੱਗਣੀਆਂ ਨੇ, ਜਿੰਨੀਆਂ ਪੱਕੀਆਂ ਹੋਣਗੀਆਂ ਤੇ ਮਕਾਨ ਦੀ ਪੱਕਿਆਈ ਹੈ। ਉਸੇ ਮਕਾਨ ਦੇ ਵਿੱਚ ਲੱਗਣ ਵਾਲਾ ਜਿਹੜਾ ਫਰਨੀਚਰ ਹੈ, ਜਿੰਨੀ ਫਰਨੀਚਰ ਦੇ ਵਿੱਚ ਵੱਧ ਅੱਗ ਹੋਵੇਗੀ, ਉਹਨਾਂ ਫਰਨੀਚਰ, ਜਿਵੇਂ ਹੁਣ ਟਾਹਲੀ ਦਾ ਫਰਨੀਚਰ ਲੋਕ ਲਾਉਂਦੇ ਨੇ, ਉਦਾਹਰਨ ਹੈ ਕੇਵਲ, ਟਾਹਲੀ ਦੀ ਲੱਕੜ ਵਿੱਚ ਉਹ ਲੱਕੜ ਦਾ ਮੇਜਰਮੈਂਟ ਕੀ ਹੈ ਚੈੱਕ ਕਰਨ ਦਾ, ਉਸ ਲੱਕੜ ਦੇ ਵਿੱਚ ਸੇਕ ਹੋਵੇਗਾ। ਜਿਹੜੀ ਲੱਕੜ ਵਿੱਚ ਜਿੰਨੀ ਵੱਧ ਅੱਗ ਹੈ ਉਨੀ ਲੱਕੜ ਪੱਕੀ ਹੈ। ਤਾਂ ਉਸ ਮਕਾਨ ਨੂੰ ਬਣਾਉਣ ਵਾਸਤੇ ਅੱਗ ਦੀ ਲੋੜ ਪੈਂਦੀ ਹੈ। ਉਹਦੇ ਜਿਹੜਾ ਹੈਗਾ ਸੀਮੈਂਟ ਹੈ, ਪੱਜਰੀ ਹੈ, ਉਹ ਜਿੰਨਾ ਪੱਕਾ ਹੋਵੇਗਾ ਉਹਨਾਂ ਵੱਧ ਕੰਸਟਰਕਟ ਮਕਾਨ ਜਿਹੜਾ ਲੰਮਾ ਲੌਂਗ ਟਰਮ ਚੱਲ ਸਕੇਗਾ। ਫਿਰ ਉਸ ਮਕਾਨ ਨੂੰ ਜਿਹੜਾ ਹੈਗਾ ਜਿੰਨੀ ਉਹਦੇ 'ਤੇ ਐਨਰਜੀ ਲੱਗੇਗੀ, ਜਿੰਨੀ ਊਰਜਾ, ਜਿੰਨੀ ਵੱਧ ਮਸ਼ੱਕਤ ਕੀਤੀ ਜਾਏਗੀ, ਫਿਰ ਜਿਹੜੀਆਂ ਉਹਦੇ ਥੱਲੇ ਟਾਇਲਾਂ ਲੱਗਣੀਆਂ ਨੇ, ਬੰਦਾ ਕਹਿੰਦਾ ਭਾਈ ਪੱਕੀ ਹੋਣੀ ਚਾਹੀਦੀ ਹੈ ਟਾਇਲ, ਕੱਚੀ ਨਹੀਂ, ਕਿਉਂ ਟੁੱਟ ਜਾਏਗੀ ਫਰਸ਼। ਇਹਦਾ ਮਤਲਬ ਕਿਸੇ ਮਕਾਨ ਨੂੰ ਉਸਾਰਨ ਵਾਸਤੇ ਅੱਗ ਦੀ ਲੋੜ ਪੈਂਦੀ ਹੈ। ਪਰ ਸੱਚ ਜਾਣੋ, ਜੇ ਮਕਾਨ ਨੂੰ ਸਾੜਨਾ ਹੋਵੇ ਤਾਂ ਫਿਰ ਵੀ ਅੱਗ ਦੀ ਲੋੜ ਹੈ। ਇੱਕ ਅੱਗ ਇਸ ਤਰ੍ਹਾਂ ਦੀ ਜਿਹੜੀ ਮਕਾਨ ਨੂੰ ਉਸਾਰਦੀ ਹੈ, ਇੱਕ ਅੱਗ ਇਸ ਤਰ੍ਹਾਂ ਦੀ ਜਿਹੜੀ ਮਕਾਨ ਨੂੰ ਸਾੜਦੀ ਹੈ। ਅੱਗ ਉਹੀ ਹੈ, ਉਹਦੀ ਵਰਤੋਂ ਜਿਹੜੀ ਹੈ ਬਦਲ ਗਈ। ਇੱਕ ਅੱਗ ਉਹ ਹੈ ਊਰਜਾ, ਐਨਰਜੀ, ਜਿਹੜੀ ਅਸੀਂ ਰੋਟੀ ਦੁਆਰਾ ਆਪਣੇ ਅੰਦਰ ਲੈ ਕੇ ਜਾਂਦੇ ਹਾਂ ਤੇ ਉਹ ਸਾਡੇ ਸਰੀਰ ਨੂੰ ਸਿਰਜਦੀ ਹੈ। ਪਰ ਇੱਕ ਅੱਗ ਉਹ ਹੈ ਜਿਹੜੀ ਚਿਖਾ ਤੇ ਮਨੁੱਖ ਦੇ ਸਰੀਰ ਨੂੰ ਸਾੜਦੀ ਹੈ ਅੱਗ ਦੇ ਰੂਪ ਦੋਵੇਂ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇੱਕ ਉਹ ਵਿਕਾਰ ਨੇ ਜਿਹੜੇ ਬੰਦੇ ਦੇ ਸਰੀਰ ਨੂੰ ਸਾੜਨਾ ਸ਼ੁਰੂ ਕਰ ਦਿੰਦੇ ਨੇ, ਪਰ ਜਦੋਂ ਉਹੀ ਵਿਕਾਰਾਂ ਨੂੰ ਲੈ ਕੇ ਉਹ ਗੁਰੂ ਦੀ ਗੋਦ ਵਿੱਚ ਆਉਂਦਾ ਹੈ ਤੇ ਆਪਣੇ ਵਿਕਾਰਾਂ ਨੂੰ ਗੁਰੂ ਦੇ ਸਾਹਮਣੇ ਰੱਖ ਦਿੰਦਾ ਹੈ, ਗੁਰੂ ਉਹਦੇ ਵਿਕਾਰਾਂ ਦੇ ਵਿੱਚ ਹੀ ਜਿਹੜਾ ਹੈਗਾ ਇਸ ਤਰ੍ਹਾਂ ਦੀ ਕਲਾ, ਇਸ ਤਰ੍ਹਾਂ ਦੀ
ਜਿਹੜਾ ਹੈਗਾ ਸਮਰੱਥਾ ਪ੍ਰਗਟ ਕਰ ਦਿੰਦਾ ਹੈ, ਉਹ ਵਿਕਾਰ ਹੀ ਮਨੁੱਖ ਨੂੰ ਸਿਰਜਣ ਲੱਗ ਜਾਂਦੇ ਨੇ। ਗੁਰੂ ਦੇ ਕੋਲ ਇੱਕ ਲੋਭ ਹੈ ਬੰਦੇ ਨੂੰ ਸਾੜਦਾ। ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਬਾਬਾ ਕਬੀਰ ਸਾਹਿਬ, ਉਹ ਕਹਿੰਦੇ ਕਬੀਰ ਮਨ ਸ਼ੀਤਲ ਪਿਆ ਪਾਇਆ ਬ੍ਰਹਮ ਗਿਆਨ। ਜਦੋਂ ਮੈਂ ਇਸ ਸੰਸਾਰ ਤੋਂ ਪਾਰ ਦਾ ਗਿਆਨ, ਕਹਿਣ ਦਾ ਭਾਵ ਇਸ ਸੰਸਾਰ ਨੂੰ ਸਾਖੀ ਹੋ ਕੇ ਦੇਖਣਾ ਸ਼ੁਰੂ ਕਰ ਦਿੱਤਾ ਨਾ। ਬ੍ਰਹਮ ਗਿਆਨ ਦਾ ਮਤਲਬ ਹੈ ਕਿ ਜੋ ਕੁਝ ਬਣਿਆ ਉਸ ਪਰਮਾਤਮਾ ਦਾ ਬਣਿਆ। ਜਿਸ ਦਿਨ ਮੈਨੂੰ ਇਸ ਗੱਲ ਦੀ ਸਮਝ ਆ ਗਈ ਨਾ ਕਿ ਜੋ ਕੁਝ ਹੈ ਨਿਸ਼ਚਿਤ ਹੈ, ਤਾਂ ਉਸ ਦਿਨ ਮੇਰੀ ਜਿਹੜੇ ਅੰਦਰ ਦੀ ਜਿਹੜੀ ਅੱਗ ਉਹ ਮੈਨੂੰ ਸਾੜਨਾ ਬੰਦ ਕਰ ਦੇਗੀ। ਲੋਭ ਮੈਨੂੰ ਨਹੀਂ ਸਾੜੇਗਾ, ਮੈਨੂੰ ਕ੍ਰੋਧ ਨਹੀਂ ਸਾੜ ਸਕੇਗਾ, ਮੋਹ ਨਹੀਂ ਸਾੜ ਸਕੇਗਾ, ਹੰਕਾਰ ਨਹੀਂ ਸਾੜ ਸਕੇਗਾ, ਕਾਮ ਨਹੀਂ ਸਾੜ ਸਕੇਗਾ। ਜਿਸ ਦਿਨ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਭ ਕੁਝ ਉਸ ਪਰਮਾਤਮਾ ਦਾ ਹੈ, ਫਿਰ ਈਰਖਾ ਨਹੀਂ ਸਾੜੇਗੀ। ਕਿਉਂਕਿ ਈਰਖਾ ਤਾਂ ਉਦੋਂ ਹੁੰਦੀ ਨਾ ਜਦੋਂ ਅਸੀਂ ਦਵੈਸ਼ ਵਿੱਚ ਪੈਂਦੇ ਹਾਂ ਕਿ ਕੋਈ ਦੂਜਾ ਹੈ, ਅਤੇ ਜਦੋਂ ਅੰਦਰ ਭਾਵ ਇਹ ਪ੍ਰਗਟ ਹੋ ਜਾਂਦਾ ਕੋਈ ਦੂਜਾ ਹੈ, ਤਾਂ ਫਿਰ ਈਰਖਾ ਦੀ ਅੱਗ ਬੰਦੇ ਦੇ ਜੀਵਨ ਨੂੰ ਸਾੜਨਾ ਸ਼ੁਰੂ ਕਰ ਦਿੰਦੀ ਹੈ। ਪਰ ਉਹਦੀ ਥਾਵੇਂ ਕਹਿੰਦੇ ਨੇ ਜੇ ਅੰਦਰ ਭਾਵ ਇਹ ਪ੍ਰਗਟ ਹੋ ਜਾਵੇ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤਾਂ ਫਿਰ ਕਿਸੇ ਦੂਜੇ ਦੇ ਨਾਲ ਕਦੇ ਈਰਖਾ ਦੀ ਅੱਗ ਵਿੱਚ ਬੰਦਾ ਸੜੇਗਾ ਨਹੀਂ। ਜਦੋਂ ਸਾਡੇ ਸੁਰਤ ਵਿੱਚ ਇਹ ਬਾਤ ਟਿਕ ਗਈ, ਗੁਰੂ ਤੋਂ ਸਾਨੂੰ ਇਹ ਨਿਰਮਲ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਸੀਂ ਸਾਰੇ ਇੱਕ ਪਰਮਾਤਮਾ ਦੀ ਵੰਸ਼ ਹਾਂ। ਕਹੋ ਕਬੀਰ ਹਮ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੈ ਨਾ ਮਨਸ। ਉਸ ਦਿਨ ਫਿਰ ਸਾਨੂੰ ਕਿਸੇ ਦੂਜੇ ਦੇ ਪ੍ਰਤੀ ਈਰਖਾ ਦੀ ਅੱਗ ਸਾੜ ਨਹੀਂ ਸਕੇਗੀ। ਜਿਸ ਦਿਨ ਸਾਡੇ ਅੰਦਰ ਇਹ ਸੁਰਤ ਨੇ ਜਨਮ ਲੈ ਲਿਆ, ਜਿਸ ਦਿਨ ਸਾਨੂੰ ਇਸ ਗੱਲ ਦਾ ਖਿਆਲ ਹੋ ਗਿਆ ਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰੇ, ਉਸ ਪਰਮਾਤਮਾ ਨੇ ਇੱਕੇ ਮਿੱਟੀ ਦੇ ਵਿੱਚੋਂ ਸਾਰੇ ਸਰੀਰ ਸਿਰਜੇ ਨੇ, ਅਤੇ ਸਾਰੇ ਸਰੀਰਾਂ ਨੂੰ ਆਪੋ ਆਪਣੇ ਕੰਮ ਲਾਇਆ ਹੋਇਆ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਸਾਰੇ ਆਕਾਰ ਜਿਹੜੇ ਉਸ ਪਰਮਾਤਮਾ ਦੇ ਬਣੇ ਹੋਏ ਨੇ, ਅਤੇ ਈਰਖਾ ਅਤੇ ਦਵੈਸ਼ ਦੀ ਅੱਗ ਸਾਨੂੰ ਨਹੀਂ ਸਾੜ ਸਕਦੀ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਬ੍ਰਹਮ ਗਿਆਨ ਦਾ ਮਤਲਬ ਹੈ ਸਾਖੀ ਹੋ ਕੇ ਦੇਖਣ ਦਾ, ਅੰਦਰ ਸੁਰਤ ਪੈਦਾ ਹੋ ਜਾਵੇ, ਬੰਦਾ ਦੇਖ ਸਕੇ ਕਿ ਮੈਂ ਕੀ ਹਾਂ, ਅਤੇ ਇਹ ਜਿਹੜਾ ਸੰਸਾਰ ਸਿਰਜਿਆ ਹੈ ਕਿਸ ਤਰ੍ਹਾਂ ਸਿਰਜਿਆ, ਕਿ ਦੂਈ ਕੁਦਰਤ ਜਿਹੜੀ ਸਾਜੀ ਹੋਈ ਹੈ ਇਹਦਾ ਕੀ ਭਾਵ ਹੈ, ਅਤੇ ਇਹਨੂੰ ਵਿਕਾਰਾਂ ਦੀ ਅੱਗ ਨਹੀਂ ਸਾੜ ਸਕੇਗੀ, ਇਹਨੂੰ ਕ੍ਰੋਧ ਨਹੀਂ ਸਾੜ ਸਕੇਗਾ। ਜਿਰ ਜਵਾਲਾ ਜਗ ਸਾਰਿਆ, ਜਿਹੜੀਆਂ ਅੱਗ ਦੀਆਂ ਲਪਟਾਂ ਜਿਹੜੀਆਂ ਸੰਸਾਰ ਨੂੰ ਸਾੜ ਰਹੀਆਂ ਨੇ, ਮੋਹ ਸਾੜ ਰਿਹਾ ਹੈ, ਕਿਤੇ ਕ੍ਰੋਧ ਸਾੜ ਰਿਹਾ ਹੈ, ਕਿਤੇ ਬੰਦੇ ਦਾ ਲੋਭ ਸਾੜ ਰਿਹਾ। ਹੁਣ ਦੇਖੋ ਜਦੋਂ ਲੋਭ ਹੈ, ਲੋਭ ਦੀ ਅੱਗ ਦੇ ਵਿੱਚ ਬੰਦਾ ਮੱਚਦਾ ਸੜਦਾ ਕੁਝ ਜਦੋਂ ਸੰਸਾਰ ਵਿੱਚ ਵਿਚਰਦਾ ਹੈ, ਕਿਤੇ ਮਾਇਆ ਗਈ ਤੇ ਰੋਣ ਲੱਗਦਾ ਹੈ। ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਜਦੋਂ ਕੁਝ ਪ੍ਰਾਪਤ ਹੋਇਆ ਤਾਂ ਉਦੋਂ ਇਹ ਲੱਗਦਾ ਮੈਨੂੰ ਪ੍ਰਾਪਤ ਹੋਇਆ, ਤਾਂ ਉਸ ਪ੍ਰਾਪਤੀ ਵਾਸਤੇ ਜਿਹੜਾ ਹੈਗਾ ਬੰਦਾ ਗਰਭ ਕਰਦਾ ਵੀ ਇਹ ਮੈਂ ਪ੍ਰਾਪਤ ਕਰ ਲਿਆ। ਪਰ ਜਿਹਨੂੰ ਇਹ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਗਰਭ ਕੀਤਾ ਗਿਆ, ਜਿਹੜਾ ਹੰਕਾਰ ਕੀਤਾ ਗਿਆ ਮੇਰਾ ਸੀ, ਜਦੋਂ ਉਹ ਖੁੱਸਦਾ ਹੈ ਤਾਂ ਰੋਣ ਲੱਗ ਜਾਂਦਾ ਹੈ। ਜਬ ਕਿਛ ਪਾਵੇ ਤਬ ਗਰਭ ਕਰਤਾ ਹੈ, ਜਬ ਮਾਇਆ ਗਈ ਤਬ ਰੋਣ ਲੱਗਦਾ ਹੈ। ਜਦੋਂ ਕੁਝ ਪ੍ਰਾਪਤ ਕੀਤਾ ਤੇ ਗਰਭ ਕਿ ਮੈਂ ਇਹ ਪ੍ਰਾਪਤ ਕੀਤਾ, ਮੇਰੀ ਅਚੀਵਮੈਂਟ ਹੈ, ਇਹ ਮੇਰੀ ਮਿਹਨਤ ਸੀ ਜੀ, ਮੇਰੀ ਮੁਸ਼ੱਕਤ ਸੀ। ਅਤੇ ਜਦੋਂ ਉਹ ਖੁੱਸ ਜਾਵੇ ਫਿਰ ਦੁੱਖ। ਅਤੇ ਇਹ ਲਪਟਾਂ ਜਿਹੜੀਆਂ ਨੇ, ਜਿਹੜਾ ਕੁਝ ਪ੍ਰਾਪਤ ਹੋ ਗਿਆ ਫਿਰ ਇੱਕ ਅੱਗ ਹੋਰ ਸਾੜਦੀ ਰਹਿੰਦੀ ਬੰਦੇ ਨੂੰ ਕਿ ਜੋ ਕੁਝ ਮੇਰੇ ਕੋਲੇ ਉਹ ਕਿਤੇ ਖੁੱਸ ਕੇ ਦੂਜੇ ਕੋਲੇ ਨਾ ਚਲਾ ਜਾਵੇ। ਹਰ ਵਕਤ ਇਹ ਅੱਗ ਕਰਕੇ ਬੰਦਾ ਸੌਂਦਾ ਨਹੀਂ। ਸਾਰੀ ਦੁਨੀਆ ਜਿੰਨੀ ਦੌੜ ਰਹੀ, ਜਦੋਂ ਲੋਭ ਦੀ ਅੱਗ ਵਿੱਚ ਸੰਸਾਰ ਸੜਦਾ ਨਾ, ਤਾਂ ਪ੍ਰਾਪਤੀ ਵਾਸਤੇ ਭੱਜ ਰਿਹਾ ਲਗਾਤਾਰ। ਅਤੇ ਜਦੋਂ ਕਿਸੇ ਨੂੰ ਕੁਝ ਪ੍ਰਾਪਤ ਹੋ ਗਿਆ, ਉਸ ਮਨੁੱਖ ਦੀ ਬਿਰਤੀ ਇਹ ਹੈ ਵੀ ਜਿਹੜਾ ਮੇਰੇ ਕੋਲ ਉਹ ਦੂਜੇ ਨੂੰ ਪ੍ਰਾਪਤ ਨਾ ਹੋ ਜਾਵੇ। ਅਤੇ ਇਹਨੂੰ ਇਹ ਵੀ ਨਾ ਸਮਝ ਲੈਣਾ ਕੇਵਲ ਸੰਸਾਰਕ ਪਦਾਰਥ ਹੀ ਨਹੀਂ, ਕੋਈ 4-5 ਕੋਈ ਛਿੱਲੜਾਂ ਦੀ ਗੱਲ ਨਹੀਂ ਹੈ। ਕਿਸੇ ਬੰਦੇ ਨੂੰ ਕੋਈ 4 ਅੱਖਰਾਂ ਦਾ ਗਿਆਨ ਵੀ ਹੋ ਜਾਵੇ, ਉਹਦੇ ਅੰਦਰ ਵੀ ਇੱਕ ਲੋਭ ਪੈਦਾ ਹੋ ਜਾਂਦਾ, ਮੈਂ ਦੁਨੀਆ ਦਾ ਸਭ ਤੋਂ ਵੱਡਾ ਗਿਆਨੀ ਹੋਵਾਂ, ਅਤੇ ਨਾਲ ਹੀ ਇੱਕ ਡਰ ਵੀ ਪੈਦਾ ਹੋ ਜਾਂਦਾ ਹੈ ਮੇਰੇ ਤੋਂ ਵੱਡਾ ਕੋਈ ਗਿਆਨੀ ਹੋਰ ਨਾ ਪੈਦਾ ਹੋ ਜਾਵੇ। ਜਦੋਂ ਕੋਈ ਵਿਗਿਆਨੀ ਬਣ ਜਾਂਦਾ ਹੈ ਤਾਂ ਉਹਦੇ ਅੰਦਰ ਇੱਕ ਖਿਆਲ ਪੈਦਾ ਹੋ ਜਾਂਦਾ, ਮੈਂ ਦੁਨੀਆ ਦਾ ਸਭ ਤੋਂ ਫੇਮਸ, ਦੁਨੀਆ ਦਾ ਸਭ ਤੋਂ ਮਹਾਨ ਮਨੁੱਖ ਹੋਵਾਂ। ਪਰ ਅੰਦਰ ਡਰ ਇਹ ਵੀ ਹੁੰਦਾ ਮੇਰੇ ਅਹੁਦੇ ਨੂੰ ਕੱਲ੍ਹ ਨੂੰ ਖੋਹ ਕੇ ਕੋਈ ਮੇਰੇ ਤੋਂ ਮਹਾਨ ਨਾ ਬਣ ਕੇ ਬਹਿ ਜਾਵੇ। ਜਦੋਂ ਕੋਈ ਦੇਖੋ ਇਹ ਬੜੀ ਵੱਡੀ ਜਿਹੜੀ ਸਮੱਸਿਆ ਹੈ ਸਮਾਜ ਦੇ ਵਿੱਚ, ਦੇਖੋ ਸਭ ਤੋਂ ਵੱਡੀ ਸਮਾਜਿਕ ਅੰਦੋਲਨ ਚੱਲਦੇ ਨੇ। ਹੁਣ ਦੇਖੋ ਅੱਜ ਵੀ ਚੱਲ ਰਹੇ ਨੇ, ਸਮਾਜਿਕ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ, ਵਕਤ ਦੀਆਂ ਸਰਕਾਰਾਂ ਇਹ ਸਭ ਕੁਝ ਕਰਦੀਆਂ ਨੇ ਜੋ ਕੁਝ ਵਾਪਰਦਾ ਹੈ। ਅਤੇ ਉੱਥੇ ਫਿਰ ਲੋਕ ਆਗੂ ਬਣ ਕੇ, ਆਗੂ ਜਿਹੜੇ ਤੁਰਦੇ ਨੇ, ਉਹਨਾਂ ਦੇ ਅੰਦਰ ਵੀ ਈਵਨ ਇੱਥੋਂ ਤੱਕ ਇਹ ਡਰ ਬਣ ਜਾਂਦਾ ਹੈਗਾ ਕਿ ਮੈਂ ਵੱਡਾ ਆਗੂ ਹੋਵਾਂ ਅਤੇ ਕੋਈ ਬੰਦਾ ਮੇਰੇ ਬਰਾਬਰ ਬਹਿ ਕੇ
ਮੇਰੇ ਵਾਲਾ ਰੁਤਬਾ ਨਾ ਲੈ ਲਵੇ। ਤੇ ਇਸ ਕਰਕੇ ਇਹਦੇ ਵਿੱਚੋਂ ਜਿਹੜਾ ਹੈਗਾ ਨੈਪੋਟਿਜ਼ਮ ਜਨਮ ਲੈਂਦਾ ਹੈ। ਗਾਂ ਅੱਗੇ ਦੇ ਅੱਗੇ ਪਰਿਵਾਰਵਾਦ ਜਿਹਨੂੰ ਕਹਿ ਦਿੰਦੇ ਆ ਕਿ ਜਿਹੜੀ ਚੀਜ਼ ਮੇਰੇ ਪਰਿਵਾਰ ਕੋਲ ਮੇਰੇ ਪਰਿਵਾਰ ਕੋਲ ਹੀ ਰਹਿਣੀ ਚਾਹੀਦੀ। ਜਿਹੜੀ ਕੁਰਸੀ, ਜਿਹੜਾ ਅਹੁਦਾ, ਜਿਹੜਾ ਰੁਤਬਾ, ਜਿਹੜੀ ਜ਼ਿੰਮੇਵਾਰੀ ਉਹ ਮੇਰੇ ਕੋਲ ਰਵੇ। ਪਹਿਲਾਂ ਉਹਨੂੰ ਪ੍ਰਾਪਤ ਕਰਨ ਦੀ ਅੱਗ ਵਿੱਚ ਸੜਦਾ ਹੈ, ਅਤੇ ਫਿਰ ਜਦੋਂ ਪ੍ਰਾਪਤ ਹੋ ਜਾਵੇ ਫਿਰ ਉਹਨੂੰ ਬਚਾ ਕੇ ਰੱਖਣ ਦੀ ਅੱਗ ਵਿੱਚ ਸੜਦਾ ਰਹਿੰਦਾ। ਫਿਰ ਇਸ ਤਰ੍ਹਾਂ ਕਰਕੇ ਇਹ ਤਾਂ ਗੁਰੂ ਦੇ ਘਰ ਤੱਕ ਵੀ ਇਹ ਲਪਟਾਂ ਪਹੁੰਚੀਆਂ, ਪਰ ਉਹਨਾਂ ਲਪਟਾਂ ਦੇ ਵਿੱਚੋਂ ਜਿਹੜੇ ਗੁਰਮੁਖ ਸੀਗੇ ਉਹ ਬਚ ਗਏ। ਅਤੇ ਜਿਨ੍ਹਾਂ ਦੇ ਅੰਦਰ ਅਜੇ ਕੱਚਾਪਣ ਸੀ, ਜਿਨ੍ਹਾਂ ਨੇ ਗੁਰੂ ਦੇ ਕੋਲ ਬੈਠੇ ਜ਼ਰੂਰ ਪਰ ਗੁਰੂ ਤੋਂ ਉਹ ਗਿਆਨ ਨਹੀਂ ਪ੍ਰਾਪਤ ਕੀਤਾ, ਉਹ ਲੋਕ ਇਸ ਅੱਗ ਵਿੱਚ ਸੜ ਗਏ। ਹੁਣ ਤੁਸੀਂ ਦੇਖੋ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੂੰ ਆਪਾਂ ਅਗਲੇ ਦਿਨਾਂ ਵਿੱਚ ਯਾਦ ਵੀ ਕਰਨਾ ਹੈਗਾ। ਗਰਮੀਆਂ ਦੇ ਦਿਨਾਂ ਵਿੱਚ, ਜੇਠ ਹਾੜ ਦੇ ਮਹੀਨੇ ਵਿੱਚ ਸਤਿਗੁਰਾਂ ਦੇ ਪਵਿੱਤਰ ਸ਼ਹੀਦੀ ਦਿਹਾੜੇ ਮਨਾਉਣੇ। ਹੁਣ ਬਾਬਾ ਪਿਰਥੀ ਚੰਦ ਆ ਨਾ, ਜਿਹੜਾ ਗੁਰੂ ਅਰਜਨ ਦੇਵ ਜੀ ਤੋਂ ਵੱਡਾ ਹੈ ਉਮਰ ਦੇ ਵਿੱਚ, ਜਿਵੇਂ ਜਿਵੇਂ ਸਮਝ ਆਈ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ 3 ਪੁੱਤਰ ਨੇ। ਸਭ ਤੋਂ ਛੋਟੇ ਦਾ ਨਾਮ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ। ਉਸ ਤੋਂ ਵੱਡੇ ਨੇ ਬਾਬਾ ਮਹਾਦੇਵ ਜੀ, ਅਤੇ ਉਸ ਤੋਂ ਵੱਡੇ ਨੇ ਬਾਬਾ ਪਿਰਥੀ ਚੰਦ ਜੀ। ਹੁਣ ਬਾਬਾ ਪਿਰਥੀ ਚੰਦ ਜੀ ਗੁਰੂ ਦੇ ਕੋਲ ਜ਼ਰੂਰ ਰਹਿੰਦੇ ਨੇ, ਪਰ ਉਹਨਾਂ ਨੇ ਗੁਰੂ ਤੋਂ ਬ੍ਰਹਮ ਗਿਆਨ ਨਹੀਂ ਪ੍ਰਾਪਤ ਕੀਤਾ। ਕਿ ਗੁਰੂ ਨੇ ਜਿਹੜੀ ਜ਼ਿੰਮੇਵਾਰੀ ਲਾ ਦਿੱਤੀ, ਮੇਰਾ ਕੰਮ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ, ਉਸ ਹੁਕਮ ਨੂੰ ਮੰਨਣਾ ਹੈ, ਇਹ ਨਹੀਂ ਸਮਝਿਆ। ਉਹਨਾਂ ਨੇ ਹੌਲੀ ਹੌਲੀ ਇਹ ਅੰਦਰ ਧਾਰਨਾ ਪੈਦਾ ਕਰ ਲਈ ਕਿ ਇਹ ਜਿਹੜੀ ਸਾਰੀ ਜ਼ਿੰਮੇਵਾਰੀ ਆ ਹੌਲੀ ਹੌਲੀ ਮੈਂ ਆਪ ਸੰਭਾਲਣੀ, ਮੈਂ ਇਸ ਜਿਹੜਾ ਹੈਗਾ ਘਰ ਦਾ ਸਭ ਤੋਂ ਜ਼ਿੰਮੇਵਾਰ ਮਨੁੱਖ ਬਣਨਾ। ਕੀ ਹੋਇਆ ਵੀ ਘਰ ਦਾ ਕਾਰੋਬਾਰ ਸਾਰਾ ਸੰਭਾਲ ਲਿਆ, ਲੇਖਾ ਜੋਖਾ, ਹਿਸਾਬ ਕਿਤਾਬ, ਮਸੰਦ ਜਿਹੜੀਆਂ ਰਸਮਾਂ ਇਕੱਠੀਆਂ ਕਰਕੇ ਲਿਆਉਂਦੇ ਨੇ, ਬਾਬਾ ਪਿਰਥੀ ਚੰਦ ਜੀ ਉਹਨਾਂ ਨੂੰ ਵਹੀ ਖਾਤਿਆਂ ਵਿੱਚ ਭਰਦੇ ਨੇ। ਅਤੇ ਹੌਲੀ ਹੌਲੀ ਜਦੋਂ ਸਾਰਾ ਕਾਰੋਬਾਰ ਬਾਬਾ ਪਿਰਥੀ ਚੰਦ ਜੀ ਦੇ ਕੋਲ ਆ ਗਿਆ ਨਾ, ਅਤੇ ਉਹਨਾਂ ਨੇ ਪਤਾ ਕੀ ਕੀਤਾ, ਉਹਨਾਂ ਦੇ ਅੰਦਰ ਇੱਕ ਡਰ ਹੋ ਗਿਆ ਵੀ ਜਿਹੜਾ ਕਾਰੋਬਾਰ ਹੁਣ ਮੈਨੂੰ ਮਿਲ ਗਿਆ, ਇਹ ਖੁੱਸ ਕੇ ਕਿਸੇ ਹੋਰ ਕੋਲ ਨਾ ਚਲਾ ਜਾਵੇ। ਅਤੇ ਹੌਲੀ ਹੌਲੀ ਸੁਰਤ ਵਿੱਚ ਇਹ ਗੱਲ ਬਹਿ ਗਈ ਕਿ ਜਿਹੜਾ ਕਾਰੋਬਾਰ ਹੈ ਇਹ ਗੁਰਤਾ ਗੱਦੀ ਵੀ ਇੱਕ ਕਾਰੋਬਾਰ, ਉਹਨੇ ਗੁਰਤਾ ਗੱਦੀ ਨੂੰ ਵੀ ਕਾਰੋਬਾਰ ਸਮਝ ਲਿਆ। ਅਤੇ ਉਹਨਾਂ ਨੇ ਇਹ ਸਮਝ ਲਿਆ ਵੀ ਮੈਂ ਹੁਣ ਜੇ ਲੇਖੇ ਜੋਖੇ ਕਰਨ ਲੱਗਾ ਮੈਂ ਗੁਰੂ ਹੀ ਬਣ ਗਿਆ, ਮੈਂ ਹੀ ਕਰਤਾ ਧਰਤਾ ਹੋ ਗਿਆ, ਮੇਰੇ ਹੱਥ ਵਿੱਚ ਕਲਮ ਹੈ, ਮੈਂ ਮਾਲਕ ਹਾਂ। ਜਦੋਂ ਇਹ ਸੁਰਤ ਵਿੱਚ ਚੀਜ਼ ਆ ਗਈ ਅਤੇ ਬਾਬਾ ਪਿਰਥੀ ਚੰਦ ਸਿੱਖ ਕਹਾਉਣਾ ਤਾਂ ਦੂਰ ਦੀ ਗੱਲ, ਮੀਣਿਆਂ ਦੀ ਸ਼੍ਰੇਣੀ ਵਿੱਚ ਚਲੇ ਗਏ। ਗੁਰੂ ਦੇ ਘਰ ਵਿੱਚ ਜਨਮ ਲੈ ਕੇ ਇੰਨੀ ਮੁਸ਼ੱਕਤ ਕਰਕੇ, ਇੰਨੀ ਮਿਹਨਤ ਕਰਕੇ, ਸਾਰੀ ਮਿਹਨਤ ਨੂੰ ਲੋਭ ਦੀ ਜਵਾਲਾ ਨੇ ਸਾੜ ਦਿੱਤਾ। ਅਸੀਂ ਕਹਿੰਦੇ ਸੇਵਾ ਕਰਦੇ ਹਾਂ ਜਦੋਂ ਮਾਣ ਮਿਲਦਾ ਹੈ। ਬਾਬਾ ਪਿਰਥੀ ਚੰਦ ਜਿਹੜੀ ਮਿਹਨਤ ਕਰਦੇ ਨੇ ਹੈ ਇੱਕ ਸੇਵਾ, ਪਰ ਸੇਵਾ ਸੜਦੀ ਕਿਵੇਂ? ਹੁਣ ਸੇਵਾ ਸੜ ਗਈ ਕਿਹੜੀ ਚੀਜ਼ ਨਾਲ? ਬਾਬਾ ਕਬੀਰ ਸਾਹਿਬ ਕਹਿੰਦੇ ਜਿਨ ਜਾਲਾ ਜਗ ਸਾੜਿਆ, ਸੇਵਾ ਨੂੰ ਸਾੜ ਦਿੱਤਾ ਲੋਭ ਨੇ। ਜਦੋਂ ਸੇਵਾ ਕਰਦੇ ਆ ਇਹ ਖਿਆਲ ਪੈਦਾ ਹੋ ਗਿਆ ਕਿ ਜਿਹੜੀ ਮੇਰੀ ਸੇਵਾ ਹੈ, ਮੈਂ ਜਿਹੜਾ ਹਿਸਾਬ ਕਿਤਾਬ ਲੇਖਾ ਜੋਖਾ ਕਰਨ ਸਿੱਖ ਗਿਆ, ਇਹ ਕਿਸੇ ਹੋਰ ਕੋਲ ਨਾ ਚਲਾ ਜਾਵੇ, ਕਿਉਂਕਿ ਇਸ ਲੇਖੇ ਜੋਖੇ ਨਾਲ ਹੀ ਗੁਰਤਾ ਗੱਦੀ ਦਾ ਸੰਬੰਧ ਹੈ। ਜਿਹੜਾ ਅੱਜ ਡੇਰਾਵਾਦ ਜਾਂ ਸੰਤਵਾਦ ਜਾਂ ਇਹ ਚੀਜ਼ਾਂ ਨੇ ਜਨਮ ਲਿਆ, ਤੁਸੀਂ ਕਿਤੇ ਦੇਖਿਓ, ਸੰਤ ਦਾ ਕੰਮ ਤਾਂ ਅਸੀਂ ਲੋਕਾਂ ਨੂੰ ਸੱਚ ਦੱਸਣਾ, ਸੰਤ ਦਾ ਕੰਮ ਤਾਂ ਅਸੀਂ ਲੋਕਾਂ ਦੇ ਅੰਦਰ ਤਿਆਗ ਪੈਦਾ ਕਰਨਾ, ਸੰਤ ਦਾ ਕੰਮ ਸੀ ਲੋਕਾਂ ਅੰਦਰ ਨਿਮਰਤਾ ਪੈਦਾ ਕਰਨਾ, ਕਿਉਂਕਿ ਸੰਤ 3 ਸ਼ਬਦਾਂ ਤੋਂ ਬਣਦਾ ਹੈ, ਸੱਚ, ਨਿਮਰਤਾ ਅਤੇ ਤਿਆਗ। ਪਰ ਸੰਤ ਦਾ ਜਦੋਂ ਸ਼ਬਦ ਨੂੰ ਡਿਫਾਈਨ ਕਰਦੇ ਹਾਂ, ਇਸ ਨੂੰ ਪਰਿਭਾਸ਼ਿਤ ਕਰਦੇ ਹਾਂ, ਤਾਂ ਇਹਦੇ ਵਿੱਚੋਂ ਕੀ ਨਿਕਲਦਾ ਵੀ ਸੰਤ ਦਾ ਕੰਮ ਹੋ ਗਿਆ ਵੀ ਬਹੁਤ ਵੱਡਾ ਇੱਕ ਜਿਹੜਾ ਹੈਗਾ ਪੂਰਾ ਅੰਪਾਇਰ ਖੜਾ ਕਰ ਲੈਣਾ, ਫਿਰ ਉਸ ਅੰਪਾਇਰ ਪਿੱਛੇ ਉਹਨੂੰ ਕੋਈ ਹੋਰ ਨਾ ਕਬਜ਼ਾ ਕਰ ਲਵੇ, ਮੇਰੇ ਪੁੱਤਰ ਕੋਲ ਹੀ ਹੋਣਾ ਚਾਹੀਦਾ ਹੈ, ਇਸ ਚੀਜ਼ 'ਤੇ ਜ਼ੋਰ ਲਾਉਣਾ। ਅਤੇ ਸੰਤ ਦਾ ਕੰਮ ਹੋ ਗਿਆ ਦੁਨੀਆ ਦੇ ਪਦਾਰਥ ਇਕੱਠੇ ਕਰਨੇ। ਇਹ ਕਿਹੜੀ ਚੀਜ਼ ਦੇ ਅਧੀਨ ਹੋਇਆ? ਅੰਦਰ ਦੇ ਲੋਭ ਦੀ ਜਵਾਲਾ ਨੇ ਉਹਦੇ ਸੰਤ ਪੁਣੇ ਨੂੰ ਸਾੜ ਦਿੱਤਾ। ਅਤੇ ਅੰਦਰ ਲੋਭ ਦੀ ਜਵਾਲਾ ਜਦੋਂ ਉੱਠਦੀ ਉਹਦੀ ਸਿੱਖੀ ਨੂੰ ਵੀ ਸਾੜ ਦਿੰਦੀ। ਕਈ ਵਾਰੀ ਪਿਰਥੀ ਚੰਦ ਦੀ ਸਿੱਖੀ ਸੜ ਗਈ। ਕਹਿਣ ਦਾ ਭਾਵ ਇਹ ਨਾ ਕਹਿ ਦੇਣਾ ਕਿ ਸਿੱਖੀ ਤਾਂ ਕਾਇਮ ਹੈ, ਪਰ ਉਹਦੇ ਅੰਦਰ ਜਿਹੜੀ ਸਿੱਖੀ ਦੀ ਭਾਵ ਪੈਦਾ ਹੋਣਾ ਸੀਗਾ, ਜਿਹੜੇ ਸ਼ੁਭ ਗੁਣ ਪੈਦਾ ਹੋਣੇ ਸੀ, ਸ਼ੁਭ ਗੁਣਾਂ ਨੂੰ ਲੋਭ ਨੇ ਸਾੜ ਦਿੱਤਾ। ਅਤੇ ਲੋਭ ਵਿੱਚ ਸੜਿਆ ਹੋਇਆ ਕਿਤੇ ਗੁਰੂ ਦੇ ਪੁੱਤਰ ਨੂੰ ਜ਼ਹਿਰ ਦੇ ਦਿੰਦਾ ਹੈ। ਇਹ ਕੰਮ ਗੁਰਸਿੱਖ ਦਾ ਥੋੜ੍ਹੀ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਜ਼ਹਿਰ ਵੀ ਦਿੱਤਾ। ਲੋਭ ਵਿੱਚ ਸੜਿਆ ਹੋਇਆ ਪਿਰਥੀ ਚੰਦ ਸੱਪ ਛੱਡ ਦਿੰਦਾ ਗੁਰੂ ਦੇ ਬੱਚੇ ਦੇ ਕਮਰੇ ਦੇ ਵਿੱਚ ਸਪੇਰੇ ਦੁਆਰਾ। ਕਿਤੇ ਬੱਚੇ ਦੀ ਮਿਠਾਈ ਵਿੱਚ ਜ਼ਹਿਰ ਪਾ ਕੇ ਖਵਾਉਣ ਵਾਸਤੇ ਯਤਨ ਕਰਦਾ ਹੈ। ਇਹ ਸਾਰੇ ਦਾ ਸਾਰਾ ਕੰਮ ਗੁਰਸਿੱਖਾਂ ਦਾ ਥੋੜ੍ਹੀ ਹੁੰਦਾ ਹੈ। ਫਿਰ ਗੁਰੂ ਨੇ ਕਹਿ ਦਿੱਤਾ ਇਹ ਮੀਨੇ ਨੇ। ਅਤੇ ਫਿਰ ਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਤਿਆਰ ਕੀਤੀ
अमृत का वरतारा वरतन वेले गुरु ने कह दिता मीणियां नाल ते मसंदा नाल वरत वरतेवा नहीं रखना। कित्थे तां गुरु के घर विच अदब मिलना सी, पर गुण सड़ गए हर बिसर तेरे गुण गलिया। वो अंदरले गुरां दे गल जाण करके की होया, गुरु ने कह दिता इन्हां नाल वरत वरतेवा भी नहीं रखना। ये ज्वाला ने इस लोभ की लहर ने उहदे जिहड़ा हैगा जीवन की घालना नूं साड़ दिता। हुण वो सड़दा होया बाहरों तां निगाह नहीं आउंदा, क्योंकि तन सड़े तो बाहरों दिसदा है, अंदर दे गुण सड़ते हैं। तो उन्होंने गुणों के सड़न करके बंदे के सुभाव तो पता लगता है गुण सड़ गए हैं, क्योंकि वो अंदरों पता लगता ना। क्योंकि जिमें ही वो बाणी तो दूर होएगा, गल बाणी की करेगा, पर जीवन में वो चीज़ दिसेगी नहीं। इस तरह लोभ ने गुण साड़ दिते, बर्बाद कर दिते गुण। किते क्रोध करके गुण सड़ जाते हैं, किते हंकार करके भी गुण सड़ जाते हैं। हुण तुसीं देखो बाबा राम राय हंकार कर गए, जिहड़ा रुतबा सीगा खुस जाण दा डर पैदा हो गया। गुरु हरराय साहब पातशाह ने बाबा राम राय नूं भेजिया सीगा भी औरंगजेब नूं कन्विंस करना है, उन्होंने दसना है कि बाणी सच है। बाणी का ज्ञान देने वास्ते भेजिया। सतगुरु मैं बाणी का ज्ञान देने वास्ते जावांगा तो बाणी की कला वापरेगी। सतगुरु कहते कला वापरेगी बाणी की, बाणी की इन्नी कला वापरेगी कि तू सरबत कला समर्थ हो जाएगा। हुण कहानी के द्वारा समझाउण का यतन किया कि गुरु ने इन्नियां कला दे के भेजिया तो साड़ किहड़ी गल विच लईआं, सारियां कला की सी, गुण सी। पर बाबा राम राय जांदे ने, जदों औरंगजेब बाबा राम राय नूं एक सवाल करदा, कहंदे भी मैं सुनिया बाणी दे विच इस तरह लिखिया है कि मिट्टी मुसलमान की। क्योंकि उन्हां दिनां तक ना आउंदियां आउंदियां एक चीज़ देखो किन्ना बाणी का वरतारा सी, किन्ना प्रभाव सी बाणी का, कि बाणी इस तरह जिहड़ा हैगा बाणी नूं पढ़िया जांदा सीगा कि बाणी दीयां जिहड़ियां पंक्तियां सी, तुकां सीगीआं, वो लोक तुकां बन गईआं सी, लोकां दे मूँह चढ़ गईआं सी बाणी दीयां पंक्तियां, मुहावरिਆਂ वांगू वरतियां जांदियां सी। जिवें अज भी असीं मुहावरे वरतदे हां कि मिठत नीवी नानका गुण चंगियाइयां तत सिंबल रुख सराय दा, ये उदाहरणां वरतियां जांदियां ने। उस तरह भी मिट्टी मुसलमान की पेड़े पई घुमियार एक लोक अखाण बन गई सी। औरंगजेब इहदा मतलब बाणी तो वाकफ सीगा, तो औरंगजेब ने सवाल किया, कहण लगे भी ये की शब्द हैगा। हुण शब्द का भाव तो बड़ा गहरा सी, बड़ा डूंगा सी, पर बाबा राम राय ने शब्द के भाव कन्नी दा ख्याल ही नहीं गया, क्योंकि अंदर जिहड़ी कला सी गुरु की बख्शिश की, उस कला के उत्ते लोभ का ते उस कला के उत्ते हंकार का पर्दा पै गया। जिहड़ी कला गुरु ने दित्ती सीगी उस कला की वरतों नहीं की, जिहड़ा गुरु तो ज्ञान मिलिया सी उहदे उत्ते स्थिर नहीं रहा, अपनी सुरत के उत्ते अपनी अकल के उत्ते जिहड़ा हैगा उहने मान कर लिया, अकल का हंकार कर लिया। तो अकल के हंकार में आके की किया, जिहड़ियां कलावां वरता रहा सी जिहदे करके औरंगजेब नीति सिर झुका रहा सी, भाई राम राय वर्गा हाजिर जवाब, उम्र 14-15 साल ते इन्नी हाजिर जवाबी, इन्ना ज्ञान, हर एक चीज़ की समझ, हर एक गल में कन्विंस कर सकता है। हुण नित जदों उस्तत सुनता रहता तो उस्तत ने उहदे अंदर हंकार पैदा कर दिता। ये भुल गया कि गुरु ने समर्थ गुरु सिर हथ धरिओ, समर्थ गुरु ने सिर ते हथ रख के मैनूं एक कलावान बनाया। कल्ली गल ये याद रहेगी मैं कलावान, ये बंदे के अंदर आ जाता। सेवा करने वाला बंदा ये भुल जाता है कि गुरु समर्थ सिर ते हथ धर के सेवा करवा रहा है। बंदा कहता मैं सेवा कर रहा, दो गल्लां ने भाव। जदों तो अंदर भाव है ना भी गुरु करवा रहा है, तो फिर तो सेवा की घालना जी अगे साड़ी थां है। तो जदों किते यही भाव थोड़े जे दो अखर बदल गए ना कि मैं कर रहा, तो बस सारी व्यर्थ। बाणी पढ़दे जे तो यह ख्याल अंदर रहे कि गुरु बाणी पढ़न का बल तो बख्श रहा, तो फिर तो वो बाणी असर करेगी। पर जदों ही किते ये ख्याल आ जाए भी मैं पढ़ रहा, ये मेरी समर्था है, बस कला जी हैगी डुब जाएगी, ज्वाला साड़ देगी उन्होंने। कोई मनुख कोई किसी जिम्मेवारी किसी अहुदे के उत्ते लगे जे तक कवे ना भी वाहिगुरू तू करवा रहा, फिर तो वह रुतबे का जोड़ा एक पूरे का पूरा जोड़ा खाका हैगा वो बनया रहता है। तो जे किते कह दे भी मैं कर रहा हाँ, तो बस उस वक्त ही उन्होंने हंकार की ज्वाला ने साड़ देना है। हुण बाबा राम राय नाल ही वापरिया, जदों ही एक अंदर ख्याल हो गया ना कि कला, पहला तो मन में ख्याल निकल गया कि गुरु कला वरता रहा, ख्याल पैदा हो गया
ये कला सारी उस्तत मेरी हो रही है, क्योंकि दुनिया के विच ये भी है ना, गुरु अपने सिख की उस्तत करवाउंदा है। सिख इतिहास में देखो, तुसी गुरु की उस्तत को देखोगे तो नाल ही सिखां की उस्तत भी उन्नी वड्डी है। किते गुरु चांदनी के दिल्ली के चांदनी चौक में शहादत दिंदा ते गुरु की शहादत का जिक्र चलता है, नाल भाई मती दास के चले हुए आरे का भी जिक्र चलता है, पर नाल ही भाई दयाले नूं देग विच उबलदे होया भी देखते हैं, नाल ही भाई सतीदास नूं रूह विच सड़ के शहीद हुंदिआं भी देखते हैं। तो जो गुरु नूं चेते किया जाता तो यह हो ही नहीं सकता भी भाई मतीदास सतीदास दयाला साडी सुरत चों विसर जाण। पर जो भाई मतीदास ते सतीदास ते भाई दयाले नूं कहने आ, देखते हैं कि इतिहास में उन्हों का की नज़रिया है कि भाई दयाला ये नहीं कहता कि मैं भी गुरु वांग देग में उबड़ गया। जो भाई दयाले नूं देग में उबालिया जाता है, भाई दयाला कहता है सतगुरु एक बारी तुसीं जहांगीर की देग में उबले सी ते एक बारी फिर औरंगजेब की देग में उबल जाओ। ये नहीं कहते मैं उबलांगा, वो कहते सतगुरु मैं नहीं उबल सकता देग में, क्योंकि मेरे में समर्था नहीं मैं देखदा ते ताप सहार सकां। ये समर्था तुहाडे विच है, तुहाडी समर्था मेरे च वापरेगी तो मैं देग में उबल सकांगा, मेरी अपनी समर्था देग में उबलती नहीं है। जदों भाई सतीदास नूं अग विच साड़िया जाता है तो भाई सतीदास ये नहीं कहता कि ये रूह के सेक नूं मेरा मन ते मेरा तन सहारेगा। भाई सतीदास कहता है सतगुरु मेरे मन में इन्नी ताकत नहीं मैं इस रूह के सेक नूं सहार सकां, ये तो तुहाडी समर्था नाल होना है। तुसीं किसी वक्त लाहौर दे विच तत्ती तवी ते सड़े सीगे, अज फिर किरपा करो अज इस तन विच वापर के फिर इस रूह के सेक नूं सहार लो। भाई मतीदास नूं आरे नाल चीरिया जांदा ते भाई मतीदास गुरु वाल मुख करके कहते हैं, वो कहते ये आरा मेरे सीस ते नहीं सतगुरु, ये तो तुहाडी किरपा दे नाल चलना है, बस किरपा करियो दृष्टि मेरे वाल रखियो। जदों सीस ते आरा चले मैं तुहाडे सन्मुख होवां। सन्मुख होने का मतलब मेरे मन में ख्याल ना हो कि इस आरे के दर्द नूं मैं सहार रहा, आरे का दर्द गुरु सहारदा है। तो जदों गुरु तो ये ज्ञान प्राप्त हो जाता है फिर हंकार की ज्वाला, नहीं तो आरे का दर्द जिहड़ा हैगा वो नहीं सह होना सी जे असीं शरीर सहारदा था। आरे का दर्द गुरु की बख्शिश ने सहारिया, शरीर ने नहीं, क्योंकि जे शरीर दर्द सहारदा हुंदा तो अज दुखां दे भुखां दे डर तो अनेकां लोग आगू बन के गदारियां कर जाते हैं। अगवाई दे के असीं कह दिंदे हुण किहदे ते यकीन करांगे, किन्ना पिछले 5-6 सालों में साडे नाल की कुछ वापरिया। क्यों जदों ही थोड़ा जिहा दर्द या तकलीफ का आभास होया तो लोग छड्ड के रस्ते नूं पासे हो गए। कारण कि बैठे ही अपने करके सी, जे गुरु दे ओट आसरे नाल बैठे हुंदे तो सच जानो भाई दर्शन सिंह फेरूमान का मैं जिक्र पढ़िया सी इतिहास विचों, 75 दिन भुख हड़ताल कट्टी तो 75वें दिन शरीर नूं छड्डिया उन्होंने। तो समर्था इन्नी गुरु इस तरह वापरिया। एक संत ना फतेह सिंह होया, फतेह सिंह चन्नन सिंह आ बुढ़ा जोड़ तुसीं जाणदे हो। वैसे तो कई लोग तो उन्होंने भी फोटोआं नूं मत्था टेकी जाते हैं, क्योंकि सानूं इतिहास बारे जानकारी नहीं। उन्होंने कौम के नाल ना बाहले नहीं तो मैनूं लगदा भी 50 वारी गदारी की होनी। हुण मैनूं गुरु के हजूरी में शब्द जिहड़े वरतने पै रहे हैं। कारण की सौंहां खा लैणियां, असीं अग्नि कुंडां विच सड़ के मरांगे, तो जदों जमा बिल्कुल गल नेड़े लगण वाली होनी तो उदों भज जाना सौं तो, जूस पी के सौं तोड़ देणगे। भाई दर्शन सिंह फेरूमान वो हुण संत कहाउंदे सन, उन्होंने पता नहीं किन्ने बारी सौंहां खा के तो छड्डियां। भाई दर्शन सिंह फेरूमान उन्होंने सौं नहीं खाधी, उन्हें गुरु के चरणों में अरदास की, कहते सतगुरु किरपा करी मैं पंजाबी सूबे वास्ते, पंजाबी सूबा बनया जो ये उदों की गल है, सन 1966 की घटना है, उदों पहलां की घटना है। सरदार दर्शन सिंह फेरूमान उन्हें कसम खाधी, कसम नहीं अरदास की, सतगुरु मेरे शरीर में तंत नहीं तुसीं वापरना है। अगन कुंड में जे शहीद होना है तो भी तुसीं शहीद होना है, मैं इन्हां अग दीआं लपटां नूं नहीं सहार सकता। कितना भरोसा होएगा, उन्हें शब्द पढ़िया होएगा बाबा कबीर साहब का, जन ज्वाला जग जा रहे सो जन के उदक समान। 75 दिन लंघ गए। संत फतेह सिंह कहते भी मैं दर्शन करने ने सरदार दर्शन सिंह फेरूमान के, तो सरदार दर्शन सिंह ने एक गल कही सी, कहते मैं उन्होंने मत्थे नहीं लाउणा, मैं तो अपने जीवन में इकल्ले गुरु को देखना चाहना। अखीर में सरदार दर्शन सिंह जो बिल्कुल आखिरी समा आया
ਉਹਨਾਂ ਨੂੰ ਹਸਪੀਟਲ ਵਿੱਚ ਲੈ ਗਏ ਭੁੱਖ ਹੜਤਾਲ ਤੋਂ। ਅੰਮ੍ਰਿਤਸਰ ਹਸਪੀਟਲ ਦੀ ਘਟਨਾ ਹੈ। ਜਦੋਂ ਸੰਤ ਫਤਿਹ ਸਿੰਘ, ਸੰਤ ਸ਼ਬਦ ਆਪਾਂ ਵਰਤ ਰਹੇ ਹਾਂ, ਵੈਸੇ ਜਦੋਂ ਅੰਦਰ ਗਏ ਨਾ, ਕਿਉਂਕਿ ਉਹ ਸੰਤ ਸ਼ਬਦ ਉਹਨਾਂ ਦੇ ਤਖੱਲਸ ਦੇ ਨਾਲ ਲੱਗਿਆ ਹੋਇਆ, ਜਦੋਂ ਅੰਦਰ ਗਏ ਉਹ ਕਹਿੰਦੇ ਵੀ ਮੈਂ ਦਰਸ਼ਨ ਕਰਨੇ ਚਾਹੁੰਦਾ। ਅਤੇ ਹੁਣ ਸਰਦਾਰ ਦਰਸ਼ਨ ਸਿੰਘ ਜਿਹੜਾ ਫੇਰੂਮਾਨ ਸੀ, ਉਹਦੇ ਅੰਦਰ ਉਹਨੇ ਪਹਿਲਾਂ ਹੀ ਕਹਿੰਦੇ ਵੀ ਮੈਂ ਉਹਨੂੰ ਮੱਥੇ ਨਹੀਂ ਲਾਉਣਾ, ਮੈਂ ਤਾਂ ਇਕੱਲੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਮੇਰੇ ਕੋਈ ਵਾਸਤਾ ਨਹੀਂ ਹੈ, ਗੁਰੂ ਵਾਸਤੇ ਸਭ ਕੁਝ ਕਰ ਰਹੇ ਹਾਂ। ਅਤੇ ਉੱਥੇ ਕੀ ਵਾਪਰਿਆ ਵੀ ਅੰਦਰ ਜਾਂਦਿਆਂ ਹੀ ਉਹਦੇ ਦਰਸ਼ਨ ਨਹੀਂ ਕਰ ਸਕਿਆ ਜਿਉਂਦਿਆਂ ਜੀ, ਕਿਉਂਕਿ ਜਦੋਂ ਹੀ ਉਹ ਅੰਦਰ ਹਸਪੀਟਲ ਵਿੱਚ ਐਂਟਰ ਹੋਇਆ ਲਾਈਟ ਚਲੀ ਗਈ। ਅਤੇ ਲਾਈਟ ਵੀ ਇੰਨੇ ਜਿਹੜਾ ਹੈਗਾ ਜਿਵੇਂ ਪਾਵਰ ਕੱਟ ਜਿਹੜਾ ਹੈਗਾ ਪੂਰੇ ਦਾ ਪੂਰਾ ਉੱਤਰੀ ਗ੍ਰਿਡ ਡਾਊਨ ਹੋ ਗਿਆ। ਜਦੋਂ ਉਹਨਾਂ ਨੇ ਲਾਈਟ ਦਾ ਪ੍ਰਬੰਧ ਕੀਤਾ, ਸਰਦਾਰ ਦਰਸ਼ਨ ਸਿੰਘ ਉਦੋਂ ਸਰੀਰ ਵਿੱਚੋਂ ਜਾ ਚੁੱਕੇ ਸੀ। ਸਿੱਖ ਦੇ ਜ਼ਬਾਨ ਵਿੱਚੋਂ ਨਿਕਲੇ ਹੋਏ ਸ਼ਬਦ, ਰਸਨਾ ਚੋਂ ਨਿਕਲੇ ਹੋਏ ਸ਼ਬਦ ਕਿੰਨੀ ਕਾਬਲੀਅਤ ਰੱਖਦੇ। ਗੁਰੂ ਵਾਸਤੇ, ਗੁਰੂ ਦੇ ਰਸਤੇ 'ਤੇ ਤੁਰ ਕੇ ਇਸ ਤਰ੍ਹਾਂ ਕੁਰਬਾਨੀਆਂ ਕੀਤੀਆਂ ਜਾਂਦੀਆਂ ਨੇ। ਤਾਂ ਅੱਜ ਦੇ ਸ਼ਬਦ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਨਿਰਮਲ ਪਿਆ। ਜਦੋਂ ਮਨ ਪਵਿੱਤਰ ਹੋ ਗਿਆ ਨਾ, ਬਿਲਕੁਲ ਨਿਰਛਲ, ਜਿਹਦੇ 'ਤੇ ਕੋਈ ਮੈਲ ਨਾ ਰਹੀ, ਅਤੇ ਉਹ ਨਿਰਮਲ ਹੋਣ ਦਾ ਤਰੀਕਾ ਕੀ ਪਾਇਆ? ਬ੍ਰਹਮ ਗਿਆਨ, ਗੁਰੂ ਤੋਂ ਬ੍ਰਹਮ ਦਾ। ਬ੍ਰਹਮ ਮਤਲਬ ਇਹ ਸਮੁੱਚੀ ਕਾਇਨਾਤ ਦੀ ਸੱਚਾਈ ਕੀ ਹੈ, ਅਸਲ ਸੱਚ ਕੀ ਹੈ ਇਸ ਕਾਇਨਾਤ ਦਾ। ਅਤੇ ਸੱਚ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਦਰਜ ਕੀਤਾ ਹੈਗਾ, ਸੱਚ ਹੈ ਹੁਕਮ ਹੈ ਅੰਦਰ ਸਭ ਕੋ। ਇਸ ਕਾਇਨਾਤ ਦਾ ਸੱਚ ਹੈ ਹੁਕਮ ਹੈ ਅੰਦਰ ਸਭ ਕੋ। ਇਹ ਕਾਇਨਾਤ ਉਸ ਰੱਬੀ ਹੁਕਮ ਵਿੱਚ ਚੱਲ ਰਹੀ ਹੈ, ਅਤੇ ਜੇ ਸਾਰੀ ਕਾਇਨਾਤ ਉਹਦੇ ਹੁਕਮ ਵਿੱਚ ਹੈ, ਅਤੇ ਜਿਹਨੇ ਹੁਕਮ ਨੂੰ ਪਛਾਣ ਲਿਆ ਉਹਨੂੰ ਦੁਨੀਆ ਦਾ ਕੋਈ ਵੀ ਦੁੱਖ ਹੋ ਨਹੀਂ ਸਕਦਾ। ਅਤੇ ਜਿਸ ਨੇ ਬ੍ਰਹਮ ਦੁਆਰਾ ਇਸ ਗੱਲ ਦੀ, ਗੁਰੂ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਕੀਤਾ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਨ ਜਵਾਲਾ, ਜਿਹੜੀਆਂ ਲੋਭ ਦੀਆਂ, ਜਿਹੜੀਆਂ ਹੰਕਾਰ ਦੀਆਂ, ਜਿਹੜੀਆਂ ਮੋਹ ਦੀਆਂ ਜਵਾਲਾਵਾਂ ਸੰਸਾਰ ਨੂੰ ਸਾੜਦੀਆਂ ਨੇ, ਉਹ ਜਵਾਲਾ ਫਿਰ ਉਸ ਸਿੱਖ ਨੂੰ ਨਹੀਂ ਪੋ ਸਕਦੀਆਂ। ਡਰ ਤੌਖਲਿਆਂ ਦੀਆਂ ਇਹ ਲਪਟਾਂ ਉਹਨਾਂ ਲੋਕਾਂ ਨੂੰ ਪਾਉਂਦੀਆਂ ਨੇ ਜਿਨ੍ਹਾਂ 'ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਅਸਰ ਹੁੰਦਾ ਹੈ। ਗੁਰੂ ਮਨੁੱਖ ਦੇ ਲੋਭ ਨੂੰ ਕਿਰਤ ਵਿੱਚ ਬਦਲ ਦਿੰਦਾ ਹੈ, ਮੋਹ ਨੂੰ ਪ੍ਰੇਮ ਵਿੱਚ ਬਦਲ ਦਿੰਦਾ ਹੈ, ਕਾਮ ਨੂੰ ਗ੍ਰਸਥ ਆਸ਼ਰਮ ਵਿੱਚ ਤਬਦੀਲ ਕਰ ਦਿੰਦਾ ਹੈ, ਕ੍ਰੋਧ ਨੂੰ ਵੀਰ ਰਸ ਦਾ ਨਾਂ ਦੇ ਦਿੰਦਾ ਹੈ, ਅਤੇ ਮਨੁੱਖ ਦੇ ਹੰਕਾਰ ਨੂੰ ਗੈਰਤ ਵਿੱਚ ਬਦਲ ਦਿੰਦਾ ਹੈ। ਗੁਰੂ ਮਨੁੱਖ ਦੇ ਅੰਦਰ ਦੀ ਅਕਸੀਰ ਨੂੰ ਬਦਲ ਦਿੰਦਾ ਹੈ। ਜਿਵੇਂ ਇੱਕ ਇੱਟਾਂ ਵਾਲੇ ਭੱਠੇ 'ਚ ਮਿੱਟੀ ਤੋਂ ਪੱਥਰ ਬਣ ਜਾਂਦਾ ਹੈ, ਅਤੇ ਉਹ ਅੱਗ ਨਾਲ ਬਣੀ ਹੋਈ ਇੱਟ ਸਾਡੇ ਘਰ ਨੂੰ ਪੱਕਾ ਕਰਦੀ ਹੈ, ਪਰ ਉਹੀ ਅੱਗ ਸਿੱਧੀ ਘਰ ਨੂੰ ਲੱਗ ਜਾਵੇ ਅਤੇ ਸਾੜ ਦਿੰਦੀ ਹੈ। ਗੁਰੂ ਇੱਕ ਤਰਤੀਬ ਦੇ ਦਿੰਦਾ ਉਸ ਅੱਗ ਨੂੰ ਇੱਕ ਸ਼ੇਪ ਦੇ ਕੇ ਉਸੇ ਅੱਗ ਦੁਆਰਾ ਸਾਡੇ ਜੀਵਨ ਨੂੰ ਪਕਾ ਦਿੰਦਾ ਹੈ। ਅੱਗ ਨਾਲ ਤਾਮ ਪੱਕਦਾ ਵੀ ਹੈ, ਅਤੇ ਅੱਗ ਨਾਲ ਇਹ ਤਾਮ ਦਾ ਬਣਿਆ ਸਰੀਰ ਸੜਦਾ ਵੀ ਹੈ। ਅੱਗ ਦੋ ਕੰਮ ਕਰਦੀ ਹੈ, ਸਰੀਰ ਨੂੰ ਸਿਰਜਦੀ ਵੀ ਅੱਗ ਹੈ। ਜੇ ਅੱਗ ਨਾ ਹੁੰਦੀ ਤਾਂ ਮਨੁੱਖ ਭੁੱਖਾ ਮਰ ਜਾਂਦਾ, ਪਰ ਜੇ ਅੱਗ ਨਾ ਹੁੰਦੀ ਤਾਂ ਮਰਨ ਤੋਂ ਬਾਅਦ ਮਨੁੱਖ ਨੂੰ ਸੰਭਾਲਦਾ ਵੀ ਕੋਈ ਨਾ। ਅੱਗ ਮਨੁੱਖ ਦੇ ਸਰੀਰ ਨੂੰ ਸਮੇਟਦੀ ਹੈ, ਅਤੇ ਅੱਗ ਹੀ ਮਨੁੱਖ ਦੇ ਸਰੀਰ ਨੂੰ ਸਿਰਜਦੀ ਹੈ। ਵਿਕਾਰ ਹੀ ਮਨੁੱਖ ਦੇ ਸਰੀਰ ਨੂੰ ਖਤਮ ਕਰਦੇ ਨੇ, ਪਰ ਇਹੀ ਵਿਕਾਰ ਜਦੋਂ ਗੁਰੂ ਦੇ ਕੋਲ ਆ ਜਾਂਦੇ ਨੇ ਅਤੇ ਮਨੁੱਖ ਦੇ ਸਰੀਰ, ਆਤਮਾ ਨੂੰ ਸਿਰਜ ਦਿੰਦੇ ਨੇ। ਮਨੁੱਖ ਵਿਕਾਰਾਂ ਨੂੰ ਸੰਸਕਾਰ, ਗੁਰੂ ਵਿਕਾਰਾਂ ਨੂੰ ਸੰਸਕਾਰ ਬਣਾ ਦਿੰਦਾ ਹੈ, ਅਤੇ ਉਹ ਸੰਸਕਾਰ ਮਨੁੱਖ ਦੇ ਜੀਵਨ ਨੂੰ ਉੱਚਾ ਲੈ ਜਾਂਦੇ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਤਾਈਆਂ ਦੇ ਲਿਖੇ ਮਨ ਦੇ ਜਾਚਕ ਹਾਂ।